ਮੇਰਾ ਨਾਮ ਕੋਮਲਪ੍ਰੀਤ ਕੌਰ ਹੈ। ਮੈਂ ਖਾਰਕਿਵ ਸ਼ਹਿਰ ਵਿੱਚ MBBS ਕਰ ਰਹੀ ਹਾਂ। ਉਹਦੇ ਵਿੱਚ ਬਹੁਤ ਪਿਛਲੇ 5 ਦਿਨਾਂ ਤੋਂ ਬਹੁਤ ਹੀ ਭਿਆਨਕ ਘਟਨਾਵਾਂ ਹੁੰਦੀਆਂ ਹਨ, ਜਿੱਦਾਂ ਕਿ ਬੰਬਾਰੀ ਰਸ਼ੀਆ ਵੱਲੋਂ ਕੀਤੀ ਜਾ ਰਹੀ ਹੈ ਯੂਕਰੇਨ ਦੇ ਉੱਤੇ। ਕਿਸ ਤਰ੍ਹਾਂ ਦੇ ਹਾਲਾਤ ਸੀ ਤੇ ਕਿਸ ਤਰ੍ਹਾਂ ਤੁਸੀਂ ਉੱਥੋਂ ਕਿਸ ਤਰ੍ਹਾਂ ਨਿਕਲ ਕੇ ਘਰ ਆਏ ਹੋ? ਅੱਜ ਕਿੱਦਾਂ ਦੇ ਹਾਲਾਤ ਸੀਗੇ? ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਤੇ 5 ਤਰੀਕ ਸਵੇਰੇ 5 ਦਿਨ ਪਹਿਲਾਂ ਸਵੇਰੇ 5 ਵਜੇ ਤੋਂ ਇਹ ਚੀਜ਼ਾਂ ਸਟਾਰਟ ਹੋਣੀਆਂ ਬੰਬਾਰੀ ਦੀ ਆਵਾਜ਼ ਮੈਨੂੰ ਮੇਰੇ ਫਲੈਟ ਦੇ ਵਿੱਚ ਸੁਣਨ ਨੂੰ ਮਿਲੀ। ਫਿਰ ਉਸ ਤੋਂ ਬਾਅਦ ਸਾਰੇ ਦੇ ਸਾਰੇ ਅਸੀਂ ਹੋ ਸਕੇ ਤਾਂ ਸੁਪਰਮਾਰਕੀਟ ਤੋਂ ਜਾ ਕੇ ਸਮਾਨ ਲੈ ਕੇ ਆਏ ਹਾਂ ਖਾਣ ਪੀਣ ਲਈ, ਅਤੇ ਅਸੀਂ 5 ਦਿਨ ਉਹਦੇ ਵਿੱਚ ਬਿਤਾਇਆ ਮੈਟਰੋ ਸਟੇਸ਼ਨ ਦੇ ਵਿੱਚ ਲਗਾਤਾਰ। ਅਤੇ ਆਲਮੋਸਟ ਸਾਰੇ ਯੂਕਰੇਨੀਅਨ ਐਂਡ ਸਟੂਡੈਂਟਸ ਜਿੰਨੇ ਵੀ ਉੱਥੇ, ਉਹਨਾਂ ਨੇ ਸਾਰੇ ਉੱਥੇ ਮੈਟਰੋ ਦੇ ਵਿੱਚ ਬੰਕਰਸ ਦੇ ਵਿੱਚ ਹੀ ਬਿਤਾਏ ਆ ਭੁੱਖੇ ਪਿਆਸੇ। ਕਿੰਨੇ ਸਟੂਡੈਂਟਸ ਤੁਹਾਡੇ ਨਾਲ ਸੀਗੇ? ਸਾਡੇ ਜਿਹੜੀ ਮੈਂ ਮੈਟਰੋ ਦੇ ਵਿੱਚ ਸੀ, ਮੇਰੀ ਮੈਟਰੋ ਦਾ ਸੀਗਾ ਪੈਰੀਮੋਹਾ ਮੈਟਰੋ, ਅਤੇ ਉਹਦੇ ਵਿੱਚ ਤਾਂ 150 ਤੋਂ ਜ਼ਿਆਦਾ ਬੱਚੇ ਸੀਗੇ, ਸਿਰਫ ਇੰਡੀਅਨ ਹੀ ਸਟੂਡੈਂਟਸ ਅਤੇ ਯੂਕਰੇਨੀਅਨ ਅਲੱਗ ਸੀਗੇ। ਇਸ ਆਪਣੇ ਇਲਾਕੇ ਦਾ ਬੱਚੇ ਵੀ ਤੁਹਾਡੇ ਨਾਲ ਕੋਈ ਹੈ ਸੀ ਜਿਹਦੇ ਨਾਲ ਤੁਸੀਂ ਇਕੱਠੇ ਰਹੇ ਹੋ ਜਾਂ? ਹਾਂਜੀ, ਇਹ ਜਿਹੜੇ ਮੇਰੇ ਨਾਲ ਆਏ ਉਹ ਮੇਰੇ ਨਾਲ ਹੀ ਰਹਿ ਰਿਹਾ ਸੀ। ਅਸੀਂ 5 ਜਾਣੇ ਇਕੱਠੇ ਰਹਿ ਰਹੇ ਸੀਗੇ। ਉਹ ਕਿਹੜੇ ਕਿਹੜੇ ਪਿੰਡ ਦੇ ਸੀਗੇ? ਇੱਕ ਸੀ UP ਦੀ, ਇੱਕ MP ਦੇ, ਇੱਕ ਉੱਤਰਾਖੰਡ ਅਤੇ 2 ਅਸੀਂ ਪੰਜਾਬ ਤੋਂ। ਕਿੱਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਖਾਣ ਪੀਣ ਵਾਸਤੇ? ਜਿਸ ਤਰ੍ਹਾਂ ਭੋਜਨ ਕਿ ਮਿਲਦਾ ਸੀ ਜਾਂ ਨਹੀਂ ਮਿਲਦਾ ਸੀ, ਕਿੱਦਾਂ ਟਾਈਮ ਕੱਢਿਆ ਇਹਨੇ? ਸਟਾਰਟਿੰਗ ਦੇ ਵਿੱਚ ਤਾਂ ਜਦੋਂ ਅਸੀਂ ਲਿਆਂਦਾ ਸੀਗਾ ਉਦੋਂ ਤਾਂ ਮਿਲ ਗਿਆ ਸੀ ਸਾਨੂੰ ਖਾਣ ਪੀਣ ਲਈ, ਪਰ ਇੱਕ ਟਾਈਮ ਇੱਦਾਂ ਦਾ ਆਇਆ ਕਿ ਅਸੀਂ ਵਾਪਸ ਆਪਣੇ ਫਲੈਟ 'ਚ ਨਹੀਂ ਜਾ ਸਕੇ, ਕੁਝ ਬਣਾ ਨਹੀਂ ਸਕੇ, ਕਿਉਂਕਿ ਬੰਬਾਰੀ ਇੰਨੀ ਲਗਾਤਾਰ ਹੋ ਰਹੀ ਸੀ ਅਤੇ ਅਸੀਂ ਉਸ ਦਿਨ ਪੂਰੇ ਭੁੱਖੇ ਹੀ ਰਹੇ ਸੀਗੇ। ਨਾ ਸਾਡੇ ਕੋਲ ਪਾਣੀ ਵੀ ਖਤਮ ਹੋ ਗਿਆ ਸੀ। ਅਸੀਂ ਉੱਥੋਂ ਦਾ ਟੈਪ ਵਾਟਰ ਪੀ ਰਹੇ ਸੀਗੇ, ਪਰ ਟੈਪ ਵਾਟਰ ਇਸ ਲਈ ਪੀ ਰਹੇ ਸੀਗੇ ਕਿਉਂਕਿ ਪਾਣੀ ਹੁਣ ਮਿਲ ਨਹੀਂ ਸੀ ਰਿਹਾ, ਕਿਉਂਕਿ ਉੱਥੇ ਬੋਲਿਆ ਜਾਂਦਾ ਕਿ ਟੈਪ ਵਾਟਰ ਨਹੀਂ ਪੀਣਾ ਚਾਹੀਦਾ ਕਿਉਂਕਿ ਉੱਥੇ ਰੇਡੀਏਸ਼ਨਸ ਆ। ਜੰਗ ਲੱਗਣ ਦੇ ਅਸਾਰ 'ਚ ਤੁਹਾਨੂੰ ਪ੍ਰਸ਼ਾਸਨ ਨੇ ਕਿਹਾ ਨਹੀਂ ਕਿ ਤੁਸੀਂ ਆਪਣਾ ਜਿਹੜਾ ਬੰਦੋਬਸਤ ਇਸ ਤਰ੍ਹਾਂ ਦਾ ਕੋਈ ਉਹਨਾਂ ਨੇ ਤੁਹਾਨੂੰ ਕਿਹਾ? ਜੰਗ ਲੱਗਣ ਤੋਂ ਪਹਿਲਾਂ ਉਹਨਾਂ ਨੇ ਮਤਲਬ ਕੁਝ ਦਿਨ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਸਾਡੇ ਯੂਕਰੇਨ ਦੀ ਯੂਨੀਵਰਸਿਟੀ ਤੱਕ। ਅਸੀਂ ਉੱਥੇ ਇਸ ਲਈ ਰੁਕੇ ਸੀ ਕਿਉਂਕਿ ਯੂਕਰੇਨ ਦੀ ਯੂਨੀਵਰਸਿਟੀ ਆਫਲਾਈਨ ਹੋਈ ਪਈ ਸੀਗੀ ਸਾਰੀ, ਅਤੇ ਸਾਡੇ ਲਈ ਕਲਾਸਿਸ ਅਟੈਂਡ ਕਰਨੀਆਂ ਬਹੁਤ ਜ਼ਰੂਰੀ ਸੀ। ਇਸ ਕਰਕੇ ਅਸੀਂ ਵੇਟ ਕਰ ਰਹੇ ਸੀਗੇ ਕਿ ਸਾਡੀ ਕਦੋਂ ਇੰਡੀਅਨ ਐਮਬੈਸੀ ਐਡਵਾਈਜ਼ਰੀ ਜਾਰੀ ਕਰੇ ਕਿ ਤੁਸੀਂ ਇੰਡੀਆ ਦੇ ਵਿੱਚ ਵਾਪਸ ਆ ਜਾਓ, ਪਰ ਉਹਨਾਂ ਨੇ ਬਹੁਤ ਦੇਰ ਬਾਅਦ ਐਡਵਾਈਜ਼ਰੀ ਜਾਰੀ ਕੀਤੀ। ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਪੜ੍ਹਾਈ ਦਾ ਕਿੰਨਾ ਕੁ ਨੁਕਸਾਨ ਹੋਇਆ ਔਰ ਕਿੰਨੇ ਕੁ ਸਮੈਸਟਰ ਜਿਹੜੇ ਆ ਪਿੱਛੇ ਪੈ ਚੁੱਕੇ ਔਰ ਕਿੰਨੇ ਕੁ ਸਮੈਸਟਰ ਪੂਰੇ ਹੋਏ? ਜਿੱਦਾਂ ਮੈਂ ਇਸ ਟਾਈਮ 3rd ਈਅਰ ਫਸਟ ਸਮੈਸਟਰ ਕੰਪਲੀਟ ਕਰ ਲਿਆ ਸੀ, ਹੁਣ ਮੇਰਾ 2nd ਸਮੈਸਟਰ ਸਟਾਰਟ ਸੀਗਾ। 2nd ਸਮੈਸਟਰ ਜਸਟ ਸਟਾਰਟ ਹੀ ਹੋਇਆ ਸੀ, ਕੁਛ ਦਿਨ ਦੀ ਕਲਾਸਿਸ ਲੱਗੀਆਂ ਸੀਗੀਆਂ ਅਤੇ ਹੁਣ ਕੁਛ ਨਜ਼ਰ ਨਹੀਂ ਆ ਰਿਹਾ, ਉਹਦਾ ਅਸਾਰ ਨਹੀਂ ਦਿਖ ਰਿਹਾ ਕਿ ਹੁਣ ਅੱਗੇ ਕਦੋਂ ਕਲਾਸਿਸ ਲੱਗੂਗੀਆਂ। ਜੇਕਰ ਟੋਟਲ ਸਮੈਸਟਰ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਸਮੈਸਟਰ ਹੈਗੇ ਇਸ? 12 ਸਮੈਸਟਰ ਆ। ਜਿਹੜੇ ਅਖੀਰਲੇ 5 ਦਿਨ ਨੇ ਕਿਸ ਤਰ੍ਹਾਂ ਬੀਤੇ ਨੇ? ਘਰ ਵਾਪਸੀ ਆਉਣ ਤੱਕ ਜਿਹੜਾ ਕਿਸ ਤਰ੍ਹਾਂ ਸਮਾਂ ਲੰਘਿਆ ਉਹਦੇ ਬਾਰੇ ਦੱਸੋ ਸਾਨੂੰ। ਅਖੀਰਲੇ 5 ਦਿਨ ਜਦੋਂ ਅਸੀਂ 4 ਦਿਨਾਂ ਤੋਂ ਪਿਛਲੇ 4 ਦਿਨਾਂ ਤੋਂ ਅਸੀਂ ਲਗਾਤਾਰ ਟਰੈਵਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਟ੍ਰੇਨ ਦੇ ਵਿੱਚ ਤੱਕ ਪਹੁੰਚਣ ਲਈ ਸਾਨੂੰ ਕੈਬ ਨਹੀਂ ਸੀ ਮਿਲ ਰਹੀ, ਕੁਛ ਨਹੀਂ ਸੀ ਮਿਲ ਰਹੀ। ਬੱਚੇ ਇੱਥੋਂ ਤੱਕ ਕਿ 25-25 ਕਿਲੋਮੀਟਰ ਭੱਜ ਕੇ ਰੇਲਵੇ ਸਟੇਸ਼ਨ ਤੱਕ ਪਹੁੰਚੇ। ਉੱਪਰੋਂ ਐਡੀ ਭੀੜ ਦੇ ਵਿੱਚ ਅਸੀਂ ਜਸਟ ਜਿੰਨਾ ਕਿ ਟੇਬਲ ਹੈ ਨਾ, ਉਹ ਮੰਨ ਲਓ ਕਿ ਉਹਨੇ ਦੇ ਵਿੱਚ ਅਸੀਂ 11 ਲੋਕੀ ਸੀਗੇ। ਪੂਰਾ ਅਸੀਂ 10 ਘੰਟੇ ਪਹਿਲਾਂ 6 ਘੰਟੇ ਖਾਰਕਿਵ ਤੋਂ ਕੀਵ ਤੱਕ ਬਿਤਾਏ, ਫਿਰ ਉਸ ਤੋਂ ਬਾਅਦ ਕੀਵ ਤੋਂ ਲਵੀਵ ਤੱਕ 10 ਘੰਟੇ ਅਸੀਂ ਲਗਾਤਾਰ ਇੱਦਾਂ ਹੀ ਖੜੇ ਹੋ ਕੇ ਬਿਤਾਏ। ਲਵੀਵ ਤੋਂ ਕਿਹੜੇ ਪਾਸੇ ਗਏ? ਪੋਲੈਂਡ ਬਾਰਡਰ ਕ੍ਰੋਸ ਕੀਤਾ ਜਾਂ ਹੰਗਰੀ ਬਾਰਡਰ? ਬਾਰਡਰ ਪਹਿਲਾਂ ਸਭ ਤੋਂ ਅਸੀਂ ਲਵੀਵ ਤੋਂ ਉਜ਼ਗੋਰਦ ਗਏ, ਉਸ ਤੋਂ ਬਾਅਦ ਚੋਪ ਗਏ, ਚੋਪ ਤੋਂ ਬਾਅਦ ਅਸੀਂ ਹੰਗਰੀ ਬਾਰਡਰ ਕ੍ਰੋਸ ਕੀਤਾ। ਇਸ ਸਫ਼ਰ ਵਿੱਚ ਜਿਹੜਾ ਗੱਡੀਆਂ ਦਾ ਖਰਚਾ ਜਾਂ ਟਿਕਟਾਂ ਵਗੈਰਾ? ਹਾਂਜੀ, ਪਰ ਹਾਂਜੀ ਆਪ ਲਈਆਂ। ਜਿੱਦਾਂ ਲਵੀਵ ਤੱਕ ਅਸੀਂ ਪਹੁੰਚੇ, ਉਹਦੇ ਤਾਂ ਯੂਕਰੇਨੀਅਨ ਪੀਪਲਸ ਨੇ ਫ੍ਰੀ ਕੀਤੀ ਹੋਈ ਸੀਗੀ, ਪਰ ਉਹ ਫਸਟ ਪ੍ਰੈਫਰੈਂਸ ਯੂਕਰੇਨੀਅਨ ਨੂੰ ਦੇ ਰਹੇ ਸੀ, ਦੈਨ ਆਫਟਰ ਇੰਟਰਨੈਸ਼ਨਲਸ ਪੀਪਲ ਨੂੰ ਦੇ ਰਹੇ ਸੀਗੇ। ਜਿੱਦਾਂ ਖਬਰਾਂ ਆ ਰਹੀਆਂ ਬੱਚਿਆਂ ਦੀ ਕੁੱਟਮਾਰ ਕੀਤੀ, ਕੁਛ ਰਸ਼ੀਆ ਫੌਜੀਆਂ ਜਾਂ ਯੂਕਰੇਨੀ ਫੌਜੀਆਂ ਨੇ, ਇਸ ਤਰ੍ਹਾਂ ਦੀ ਕੁੱਟਮਾਰ ਹੋਈ ਉੱਥੇ ਓਨਲੀ ਕਿਉਂਕਿ ਉੱਥੇ ਲੋਕ ਯੂਕਰੇਨੀਅਨ ਨੂੰ ਫਸਟ ਪ੍ਰੈਫਰੈਂਸ ਦੇ ਰਹੇ ਆ ਜਿਹੜੇ ਉੱਥੇ ਟ੍ਰੇਨ ਦੇ ਵਿੱਚ ਹੈਗੇ ਆ। ਇਸ ਕਰਕੇ ਜਿਹੜੇ ਮੁੰਡਿਆਂ ਨੂੰ ਤਾਂ ਉਹ ਸਪੈਸ਼ਲੀ ਪਿੱਛੇ ਹੀ ਰੱਖਦੇ ਆ, ਉਹਨਾਂ ਨੂੰ ਤਾਂ ਬਹੁਤ ਹੀ ਘੱਟ ਮੌਕਾ ਮਿਲਦਾ ਹੈ ਅੱਗੇ ਆਉਣ ਦਾ, ਚੜ੍ਹਨ ਦਾ। ਇਸ ਟਾਈਮ ਵੀ ਇਸੇ ਲਈ ਬੱਚੇ ਬਹੁਤ ਫਸੇ ਹੋਏ ਆ ਉੱਥੇ। ਤੁਸੀਂ ਫਲਾਈਟ ਕਿਸ ਸ਼ਹਿਰ ਤੋਂ ਲਈ ਹੈ? ਹੰਗਰੀ ਬਾਰਡਰ 'ਤੇ ਅਸੀਂ ਪਹੁੰਚੇ ਸੀਗੇ। ਉੱਥੇ ਅਸੀਂ ਇੱਕ ਦਿਨ ਪੂਰਾ ਬਿਤਾਇਆ। ਉਹਦੇ ਵਿੱਚ ਬੁਦਾਪੇਸਟ ਇੱਕ ਸ਼ਹਿਰ ਆ, ਕੈਪੀਟਲ ਆ ਉੱਥੇ ਹੰਗਰੀ ਦਾ, ਅਤੇ ਉੱਥੇ ਅਸੀਂ ਇੱਕ ਪੂਰਾ ਦਿਨ ਬਿਤਾ ਕੇ ਫਿਰ ਉਸ ਤੋਂ ਬਾਅਦ ਅਸੀਂ ਏਅਰਪੋਰਟ ਗਏ। ਕਿੰਨਾ ਸਮਾਂ ਲੱਗਾ ਇੱਥੋਂ ਖਾਰਕਿਵ ਤੋਂ ਇੱਥੇ ਤੱਕ ਪਹੁੰਚਣ ਲਈ? 4 ਦਿਨ। ਤੁਹਾਡੀ ਫਲਾਈਟ ਕਿਹੜੀ ਸੀ?
ਸਾਡੀ ਫਲਾਈਟ ਇੰਡੀਗੋ ਸੀ। ਹੁਣ ਤੁਸੀਂ ਵਾਪਸ ਆਏ ਹੋ, ਕਿੰਨੇ ਬੱਚੇ ਤੁਹਾਡੇ ਨਾਲ ਜਿਹੜੇ ਵਾਪਸ ਆਏ ਨੇ ਅੱਜ? ਇਹ 1000 ਤੱਕ ਤਾਂ ਹੋ ਗਈ ਹੋ ਕਿਉਂਕਿ ਉਸ ਦਿਨ ਦੋ ਫਲਾਈਟਾਂ ਇਕੱਠੀਆਂ ਉੱਡਣੀਆਂ ਸੀਗੀਆਂ, ਇਸ ਕਰਕੇ। ਜੰਗ ਲੱਗਣ ਦੇ ਬਾਅਦ ਜਿੱਦਾਂ ਆਪਣੇ ਖਾਲਸਾ ਏਡ ਵਾਲੇ ਉੱਥੇ ਪਹੁੰਚੇ ਨੇ, ਤੁਹਾਡੇ ਤੱਕ ਪਹੁੰਚ ਹੋਈ ਕਿਸੇ ਦੀ ਕਿ ਤੁਹਾਨੂੰ ਖਾਣ ਵਾਸਤੇ, ਜਾਂ ਕਿਸੇ ਨੇ ਕੁਝ ਲੋਕਲ ਕਿਸੇ ਨੇ ਆਰਗੇਨਾਈਜ਼ਰ ਨੇ ਤੁਹਾਨੂੰ ਮਦਦ ਕੀਤੀ? ਲੋਕਲ ਆਰਗੇਨਾਈਜ਼ਰ ਨੇ ਮਦਦ ਕੀਤੀ, ਜਿਹੜੇ ਉੱਥੇ ਦੇ ਯੂਕਰੇਨੀਅਨ ਪੀਪਲ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਸਾਡੀ। ਉਹ ਆਪਣੇ ਵਲੰਟੀਅਰ ਬਣਾ ਰਹੇ ਸੀ ਖੁਦ ਦੇ ਤੇ ਹੈਲਪ ਕਰ ਰਹੇ ਸੀਗੇ ਸਾਡੀ। ਸਾਨੂੰ ਜਦ ਅਸੀਂ ਹੰਗਰੀ ਬਾਰਡਰ ਪਹੁੰਚੇ ਤਦ ਸਾਨੂੰ ਖਾਣਾ ਮਿਲਿਆ। ਕਿੱਦਾਂ ਦੇ ਲੋਕ ਨੇ ਯੂਕਰੇਨ ਦੇ ਲੋਕ? ਚੰਗੇ ਨੇ? ਯੂਕਰੇਨ ਦੇ ਲੋਕ ਬਹੁਤ ਚੰਗੇ ਨੇ। ਜਦੋਂ ਸਾਡੇ ਕੋਲ ਉੱਥੇ ਵੀ ਮੈਟਰੋ ਦੇ ਵਿੱਚ ਵੀ ਅਸੀਂ ਸਾਰੇ ਦਿਨ ਭੁੱਖੇ ਸੀ, ਉਹ ਇੱਕ ਯੂਕਰੇਨੀਅਨ ਪੀਪਲ ਲਿਆ ਕੇ ਉਹਨਾਂ ਕੋਲ 2 ਕੇਲੇ ਬਚੇ ਹੋਏ ਸੀ, ਉਹਨਾਂ ਨੇ ਸਾਨੂੰ 5 ਨੂੰ ਉਹ ਦਿੱਤੇ ਸੀ, 2 ਕੇਲੇ ਖਾਤੇ। ਜਿਸ ਤੁਸੀਂ ਵੀਡੀਓ ਭੇਜੀ ਸੀ ਕਿ ਉਹ ਟੈਂਕ ਚੱਲਦੇ ਨੇ ਜਾਂ ਬੰਬ ਫਟ ਰਹੇ ਨੇ, ਤੁਹਾਡੇ ਸਾਹਮਣੇ ਵੀ ਕੋਈ ਬੰਬ ਫਟਿਆ ਜਾਂ? ਹਾਂਜੀ, ਮੇਰੇ ਨਾਲ ਇਹ ਚੀਜ਼ ਹੋ ਚੁੱਕੀ ਹੈ। ਇੱਕ ਦਿਨ ਮੈਂ ਮੈਟਰੋ ਤੋਂ ਫਲੈਟ ਦੀ ਵੱਲ ਜਾ ਰਹੇ ਸੀ, ਅਸੀਂ 5 ਜਾਣੇ, ਤੇ ਉਹਦੇ ਜਦ ਅਸੀਂ ਗਏ 50 ਮੀਟਰ ਦੇ ਪਹਿਲੇ ਤਾਂ 에ਅਰ ਸਟ੍ਰਾਈਕ ਨਹੀਂ ਸੀ ਹੋ ਰਹੀ। ਅਸੀਂ ਅੱਧ ਰਸਤੇ ਦੇ ਵਿੱਚ ਪਹੁੰਚ ਗਏ ਤੇ 에ਅਰ ਸਟ੍ਰਾਈਕ ਸਟਾਰਟ ਹੋ ਗਈ, ਤੇ ਉਹ ਜਸਟ ਸਾਡੇ 50 ਮੀਟਰ ਇੱਕ ਬਿਲਡਿੰਗ ਦਾ ਸਹਾਰਾ ਲੈ ਕੇ ਅਸੀਂ ਜਾ ਰਹੇ ਸੀ। ਉਹ ਬਿਲਡਿੰਗ ਦੇ ਪਿੱਛੇ 에ਅਰ ਸਟ੍ਰਾਈਕ ਹੋ ਰਹੀ ਸੀਗੀ। ਨਰਾਲੇ ਦੇ 2 ਬੱਚੇ, ਵਾਲੀਆ ਪਰਿਵਾਰ ਦੇ 2 ਬੱਚੇ ਬੜੇ ਆਰਾਮ ਨਾਲ 20 ਤਰੀਕ ਨੂੰ 20 ਫਰਵਰੀ ਘਰ ਆ ਗਏ ਸੀ। ਤੁਹਾਨੂੰ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਆਰਗੇਨਾਈਜ਼ ਕੀਤਾ ਜਾਂ ਬੈਲਜ਼ਰੀ? ਸਾਡੀ ਯੂਨੀਵਰਸਿਟੀ ਆਨਲਾਈਨ ਨਹੀਂ ਸੀ ਹੋਈ ਉਸ ਟਾਈਮ ਤੱਕ। ਅਸੀਂ ਕਿਉਂਕਿ ਸਾਡਾ 3rd ਈਅਰ ਹੁੰਦਾ ਕਰੋਕ ਈਅਰ, 3 ਸਾਲ ਦਾ ਇਕੱਠਾ। ਯੂਨੀਵਰਸਿਟੀ ਦਾ ਕੀ ਨਾਮ ਸੀ? ਖਾਰਕਿਵ ਇੰਟਰਨੈਸ਼ਨਲ ਮੈਡੀਕਲ ਯੂਨੀਵਰਸਿਟੀ। ਓਕੇ। ਭਾਰਤ ਸਰਕਾਰ ਵੱਲੋਂ ਕਿੰਨੀ ਕੁ ਮਦਦ ਮਿਲੀ ਹੈ ਤੁਹਾਨੂੰ ਘਰ ਪਹੁੰਚਣ ਤੱਕ? ਭਾਰਤ ਸਰਕਾਰ ਵੱਲੋਂ ਤਾਂ ਸਾਨੂੰ ਜਿਹੜੀ ਫਲਾਈਟ ਬਾਰਡਰ ਤੱਕ ਸਾਨੂੰ ਕੋਈ ਮਦਦ ਨਹੀਂ ਮਿਲੀ। ਬਾਰਡਰ ਤੋਂ ਅੱਗੇ ਸਾਨੂੰ ਮਦਦ ਮਿਲੀ ਹੈ ਜਿਹੜੀ ਫਲਾਈਟ ਤੋਂ ਮਿਲੀ ਹੈ, ਜਾਂ ਉਹਦੇ ਵਿੱਚ ਫਲਾਈਟ 'ਚ ਖਾਣਾ, ਸਿਰਫ ਉਹੀ ਭਾਰਤ। ਇੰਡੀਅਨ ਫਲੈਗ ਹੱਥ ਫੜਨ ਵਾਲੀ ਗੱਲ ਆ, ਹਾਂਜੀ। ਉਹਦੇ ਬਾਰੇ ਦੱਸੋ ਸਾਨੂੰ। ਅਸੀਂ ਜਦ ਲਵੀਵ ਤੋਂ ਨਿਕਲੇ ਸੀ, ਜਸਟ ਜੀ ਬੱਸ ਸਾਡੀ ਨਿਕਲੀ ਸੀ, ਉੱਥੇ ਸਾਇਰਨ ਵੱਜ ਗਿਆ ਸੀਗਾ। ਕਹਿੰਦੇ ਕਿ ਇਸ ਟਾਈਮ ਲਵੀਵ ਸੇਫ ਆ, ਬਟ ਉੱਥੇ ਸਾਇਰਨ ਵੱਜਣਾ ਵੀ ਮਤਲਬ ਆ ਕਿ ਉਹ ਹਜੇ ਤੱਕ ਵੀ ਖਤਰੇ ਦੇ ਵਿੱਚ ਆ। ਉਸ ਤੋਂ ਬਾਅਦ ਅਸੀਂ ਫਿਰ ਅਸੀਂ ਫਲੈਗ ਬਣਾਏ ਹੋਏ ਸੀ ਪੇਪਰ ਦੇ ਖੁਦ ਹੀ, ਤੇ ਉਹ ਅਸੀਂ ਆਪਣੀ ਵਿੰਡੋ ਦੇ ਉੱਤੇ ਲਾ ਦਿੱਤੇ, ਹਰ ਵਿੰਡੋ ਦੇ ਉੱਤੇ। ਤੇ ਫਿਰ ਜਿਹੜੇ ਵੀ ਯੂਕਰੇਨੀਅਨ ਪੁਲਿਸ ਦੇਖਦੀ ਸੀ ਜਾਂ ਕੋਈ ਵੀ, ਤੇ ਉਹ ਸਾਨੂੰ ਅੱਗੇ ਜਾਣ ਦੇ ਦਿੰਦੇ ਸੀਗੇ, ਸਿਰਫ ਉਹ ਫਲੈਗ ਦੇ ਬੇਟਾ ਵਜ੍ਹਾ ਜਿਹੜੀ ਇਸ ਬਿਲਡਿੰਗ ਦੇ ਵਿੱਚ ਤੁਸੀਂ ਰਹਿ ਰਹੇ ਸੀ, ਗੁਜ਼ਾਰ ਰਹੇ ਸੀ, ਰਾਤ ਦਿਨ ਉੱਥੇ ਲੰਮੇ ਪੈ ਰਹੇ ਸੀ, ਸਾਰਾ ਕੁਝ ਜੋ ਹਾਲਾਤ ਨਜ਼ਰ ਆ ਸੀ, ਇਸ ਵੇਲੇ ਉਸ ਬਿਲਡਿੰਗ ਦੇ ਹਾਲਾਤ ਕਿੱਦਾਂ ਦੇ? ਮੈਟਰੋ ਦੇ ਅਸੀਂ ਜਿਹੜੇ ਸਭ ਤੋਂ ਜ਼ਿਆਦਾ ਟਾਈਮ ਮੈਟਰੋ ਦੇ ਅੰਦਰ ਹੀ ਬਿਤਾਇਆ ਹੈ, ਤੇ ਉੱਥੇ ਦਾ ਹਾਲਾਤ, ਕਿਉਂਕਿ ਬਾਹਰ ਸਾਨੂੰ ਪੂਰਾ ਇੱਦਾਂ ਲੱਗ ਰਿਹਾ ਕਿ ਜਸਟ ਸਾਡੇ ਲਾਗੇ ਹੀ ਬੰਬਾਰੀ ਹੋ ਰਹੀ ਹੈ। ਕਿਉਂਕਿ ਜਦੋਂ ਅਸੀਂ ਨਿਕਲੇ ਸੀ ਬਾਹਰ, ਤੇ ਰਸ਼ੀਅਨ ਟੈਂਕ ਵਗੈਰਾ ਸਾਰੇ ਉੱਥੇ ਸਟਰੀਟ ਫਾਈਟ ਹੋ ਰਹੀ ਸੀਗੀ। ਮਹਿਸੂਸ ਕਰ ਰਹੇ ਹੋ ਅੱਜ ਆਪਣੇ ਘਰ ਦੇ ਵਿੱਚ ਆਏ ਹੋ, ਔਰ ਤੁਹਾਡੇ ਪਿਤਾ ਜੀ, ਤੁਹਾਡੇ ਮਾਤਾ ਜੀ ਬੜੀ ਵੱਡੀ ਇੱਕ ਉਡੀਕ ਸੀਗੀ? ਹਾਂਜੀ, ਉਹਦੇ ਵਿੱਚ ਸਭ ਤੋਂ ਯੋਗਦਾਨ ਕਿਹਦਾ ਰਿਹਾ ਵਾ ਇਸ ਇੱਥੋਂ ਤੱਕ ਪਹੁੰਚਾਉਣ ਲਈ? ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਸਭ ਤੋਂ ਪਹਿਲਾਂ ਮੰਮੀ ਪਾਪਾ ਨੂੰ, ਫਿਰ ਉਸ ਤੋਂ ਬਾਅਦ ਮੀਡੀਆ, ਜਿਹਨੇ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਇਆ, ਜਿਹਦੇ ਥਰੂ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੀ, ਉਹ ਗੱਲ ਦਾ। ਤੇ ਮੈਂ ਮੀਡੀਆ ਨੂੰ ਸਿਰਫ ਮੈਂ ਇੱਕ ਰਿਕੁਐਸਟ ਕਰਨਾ ਚਾਹੂੰਗੀ, ਸਿਰਫ ਕਿ ਇਸ ਟਾਈਮ ਉੱਥੇ ਬਹੁਤ ਸਾਰੇ ਬੱਚੇ ਫਸੇ ਹੋਏ ਆ, ਇੱਥੋਂ ਤੱਕ ਕਿ ਮੇਰੇ ਫਰੈਂਡਸ ਵੀ ਖੁਦ ਦੇ ਫਸੇ ਹੋਏ ਆ, ਉੱਥੇ ਰੋ ਰਹੇ ਆ, ਉੱਥੇ ਬੈਠ ਕੇ ਨਾ ਉਹਨਾਂ ਨੂੰ ਖਾਣਾ ਮਿਲ ਰਿਹਾ, ਨਾ ਉਹਨਾਂ ਨੂੰ ਪਾਣੀ ਮਿਲ ਰਿਹਾ ਵਾ। ਉਹਨਾਂ ਨੂੰ ਸਮਝ ਨਹੀਂ ਆ ਰਹੀ ਉਹ ਕਿੱਥੇ ਜਾਣ। ਉਹਦੇ ਮਾਪਿਆਂ ਵੱਲੋਂ ਕੋਈ ਸੰਪਰਕ ਨਹੀਂ ਹੋਇਆ ਉਹਨਾਂ ਨਾਲ, ਜਿਹੜੇ ਬੱਚੇ ਰਹਿ ਗਏ ਨੇ? ਉਹ ਸੰਪਰਕ ਤਦ ਤੱਕ ਹੋਊਗਾ ਕਿਉਂਕਿ ਹੁਣ ਕਹਿ ਰਿਹਾ, ਸੁਣਨ ਚ ਆ ਰਿਹਾ ਕਿ ਇੱਥੋਂ ਤੱਕ ਕਿ ਬਿਜਲੀ ਤੱਕ ਬੰਦ ਹੋ ਸਕਦੀ ਹੈ ਉੱਥੇ ਯੂਕਰੇਨ ਦੀ, ਤੇ ਬੱਚੇ ਕਿੱਦਾਂ ਸੰਪਰਕ ਕਰਨਗੇ? ਹਜੇ ਰੀਸੈਂਟਲੀ ਉੱਥੇ ਦੀ ਮੇਨ ਬਿਲਡਿੰਗ ਉਡਾਈ ਗਈ ਹੈ, ਉਹ ਜਿਹੜੀ ਯੂਨੀਵਰਸਿਟੀ ਦੇ ਕੋਲ ਹੀ ਹੈ। ਇੱਥੋਂ ਤੱਕ ਕਿ ਇੱਕ ਬੱਚੇ ਦੀ ਡੈਥ ਸੁਣਨ ਨੂੰ ਵੀ ਮਿਲੀ ਹੈ। ਸਿਰਫ MBBS ਕਰਨ ਦਾ ਸੁਪਨਾ ਲਿਆ ਤੇ ਭਾਰਤ ਵਿੱਚ ਇੱਥੇ ਵੀ ਕੋਸ਼ਿਸ਼ ਕੀਤੀ ਸੀ ਕੋਈ ਸੀਟ ਮਿਲ ਜਾਵੇ, ਜਾਂ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੁਹਾਨੂੰ ਬਾਹਰ ਜਾਣਾ ਪਿਆ? ਹਾਂਜੀ, ਇੱਥੇ ਕੋਸ਼ਿਸ਼ ਕੀਤੀ ਸੀ ਮੈਂ ਸੀਟ ਮਿਲ ਜੇ, ਬਟ ਮੈਨੂੰ ਨੰਬਰ ਨਹੀਂ ਆਏ। ਬਟ ਉੱਥੇ ਜਾ ਕੇ ਉੱਥੇ ਮੈਨੂੰ ਇੱਕ ਉਮੀਦ ਦਿਖੀ, ਮੈਂ ਇਸ ਲਈ ਉੱਥੇ ਗਈ। ਉੱਥੇ ਵੀ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ। ਕਿੰਨਾ ਖਰਚਾ ਮੈਕਸਿਮਮ ਕਹਿ ਲਓ ਕਿ ਇੱਕ ਸਮੈਸਟਰ ਦਾ ਆ ਰਿਹਾ? 1 ਸਮੈਸਟਰ $2000 ਆ ਰਿਹਾ ਹੈ। ਹਾਂਜੀ। ਤੇ ਜਿਹੜਾ ਇੰਡੀਆ ਵਿੱਚ ਤੁਸੀਂ ਕਿਸੇ ਨਾਲ ਗੱਲ ਕੀਤੀ, ਉਹਨਾਂ ਨੇ ਕੀ ਕਿਹਾ ਸੀ? ਕੁਝ ਪੈਸੇ ਵਗੈਰਾ ਦੱਸੇ ਸੀ ਕਿ ਕਿੰਨਾ ਖਰਚਾ ਆਏਗਾ? ਉਹਨਾਂ ਨੇ ਵੀ ਇਹੀ, ਉਹਨਾਂ ਨੇ ਜੋ ਬੋਲਿਆ ਸੀ ਸੱਚ ਹੀ ਬੋਲਿਆ ਸੀ। ਕਿਹਾ ਸੀਗਾ ਕਿ ਜਿਹੜੀ ਯੂਨੀਵਰਸਿਟੀ ਤੁਸੀਂ ਜਾ ਰਹੇ ਹੋ ਉਹਦੇ ਵਿੱਚ ਇੱਕ ਸਮੈਸਟਰ ਦਾ $2000 ਆਊਗਾ ਤੇ ਟੋਟਲ $4000 ਹੋਊਗਾ। ਹੁਣ ਤੁਸੀਂ ਘਰ ਆ ਗਏ ਹੋ, ਅੱਗੇ ਫਿਊਚਰ 'ਚ ਕੀ ਸੋਚਿਆ? ਫਿਊਚਰ 'ਚ ਇਹੀ ਸੋਚਿਆ, ਕਿਉਂਕਿ ਯੂਕਰੇਨੀਅਨ ਪੀਪਲ ਬਹੁਤ ਜ਼ਿਆਦਾ ਆਪਣੇ ਲਈ ਲੜਨ ਦੇ। ਮੈਨੂੰ ਮੌਕਾ ਮਿਲਿਆ ਤੇ ਅਗਰ ਖਾਰਕਿਵ ਠੀਕ ਹੋ ਜਾਂਦਾ, ਮੈਂ ਵਾਪਸ ਖਾਰਕਿਵ ਹੀ ਪੜ੍ਹਨ ਜਾਵਾਂਗੀ। ਇੱਥੋਂ ਦੀ ਗਵਰਨਮੈਂਟ ਨੇ ਜਿੱਦਾਂ ਤੁਹਾਨੂੰ ਬੱਚਿਆਂ ਨੂੰ ਭਰੋਸਾ ਦਿੱਤਾ ਕਿ ਜਿਹੜੀ ਤੁਹਾਡੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਏਗਾ, ਜਿਹੜੀ ਤੁਹਾਡੀ ਡਿਗਰੀਆਂ ਵਾ ਉਹ ਤੁਹਾਨੂੰ ਦੇ ਦਿੱਤੇ ਜਾਵੇ, ਤੁਹਾਨੂੰ ਲੱਗਦਾ ਕਿ ਇੱਥੋਂ ਦੀ ਗਵਰਨਮੈਂਟ ਦੇ ਤੁਹਾਨੂੰ ਕਿੰਨਾ ਕੁ ਭਰੋਸਾ ਹੈਗਾ? ਮੈਂ ਇੱਥੋਂ ਦੀ ਗਵਰਨਮੈਂਟ 'ਤੇ ਮੈਨੂੰ ਭਰੋਸਾ ਹੈ, ਬਟ ਇੰਨਾ ਨਹੀਂ, ਕਿਉਂਕਿ ਇੰਨੇ ਲੱਖ ਬੱਚੇ ਉੱਥੇ ਪੜ੍ਹ ਰਹੇ ਆ, ਕਿੰਨੇ ਲੱਖ ਬੱਚਿਆਂ ਨੂੰ ਸੀਟਾਂ ਦੇ ਪਾਊਗੇ?
ਬਹੁਤ ਲੱਖ ਬੱਚੇ ਪੜ੍ਹਨ ਦੇ ਉੱਥੇ। ਬਹੁਤ ਸਾਰੇ ਬੱਚੇ ਆ, ਬਹੁਤ ਸਾਰੇ ਮਾਪੇ ਆ ਜਿਹੜੇ ਮੀਡੀਆ ਤੋਂ ਅੱਗੇ ਆਉਣ ਤੋਂ ਗਰੇਜ ਕਰਦੇ ਪਏ ਆ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਅਗਰ ਸਰਕਾਰ ਤੱਕ ਪਹੁੰਚਣਾ ਆ, ਜਾਂ ਤਾਂ ਪ੍ਰੋਟੈਸਟ ਕਰੋ ਜਾਂ ਫਿਰ ਮੀਡੀਆ ਦੇ ਥਰੂ ਉਹਨਾਂ ਤੇ ਦਬਾਅ ਬਣਾਇਆ ਜਾਵੇ, ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਉੱਥੇ ਫਸੇ ਹੋਏ ਬੱਚੇ ਆ ਉਹ ਵਾਪਿਸ ਆ ਸਕਣ। ਉਹਨਾਂ ਵਾਸਤੇ ਕੀ ਕਾਮਨਾ ਕਰਦੇ ਹੋ ਤੁਸੀਂ? ਕਿ ਬਸ ਇਹ ਕਿ ਕਿਸੇ ਨਾ ਕਿਸੇ ਤਰ੍ਹਾਂ ਬਸ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ, ਕਿਉਂਕਿ ਉੱਥੋਂ ਦੇ ਹਾਲਾਤ ਦਿਨ ਪ੍ਰਤੀ ਦਿਨ ਬੁਰੇ ਤੋਂ ਬੁਰੇ ਹੁੰਦੇ ਆ। ਉੱਥੇ ਚਰਨੋਬਿਲ ਦਾ ਅਟੈਕ ਰੋਜ਼ ਨਵੇਂ ਨਿਊਜ਼ ਮਿਲਣ ਦੀ ਹੈ, ਪੁਤਿਨ ਇਹ ਕਰ ਦੂਗਾ, ਬਹੁਤ ਜ਼ਿਆਦਾ ਡਰੇ ਪਏ ਉੱਥੋਂ ਦੇ ਬੱਚੇ। ਕਿਤਨੀ ਕੁ ਦਹਿਸ਼ਤ ਹੈ ਜੋ ਕਿੰਨੇ ਲੋਕਾਂ ਵਿੱਚ, ਜਾਂ ਕਿਸ ਤਰ੍ਹਾਂ ਦੇ ਉਹ ਲੋਕੀ ਸਮਝਦੇ ਹਨ? ਅਗਰ ਤਾਂ ਕਿਉਂਕਿ ਯੂਕਰੇਨੀਅਨ ਲੋਕੀ ਸਿਰਫ ਇੱਕ ਚੀਜ਼ ਤੋਂ ਮਾਰ ਖਾ ਰਹੇ ਆ, 에ਅਰ ਸਟ੍ਰਾਈਕ ਤੋਂ, ਕਿਉਂਕਿ ਸਟਰੀਟ ਫਾਈਟ ਦੇ ਵਿੱਚ ਹਮੇਸ਼ਾ ਹੀ ਯੂਕਰੇਨੀਅਨ ਪੀਪਲ ਜਿੱਤੇ ਆ। ਉਹਨਾਂ ਕੋਈ 에ਅਰ ਸਟ੍ਰਾਈਕ ਘੱਟ ਹੈ, ਇਸ ਕਰਕੇ ਉਹਦੇ ਤੋਂ ਮਾਰ ਖਾਂਦੇ ਆ। ਜਦੋਂ ਬਾਹਰੋਂ ਆਏ ਹੋ, ਮੰਮੀ ਡੈਡੀ ਮਿਲੇ ਨੇ, ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਤੁਹਾਨੂੰ? ਮੈਨੂੰ ਬਹੁਤ ਜ਼ਿਆਦਾ ਮਤਲਬ ਐਕਸਪਲੇਨ ਨਹੀਂ ਕਰ ਸਕਦੇ ਕਿ ਇੱਕ ਫੈਮਿਲੀ ਦੇ ਵਿੱਚ ਹੋਣਾ ਬਹੁਤ ਵੱਡੀ ਗੱਲ ਆ, ਕਿਉਂਕਿ ਬੰਦਾ ਭੁੱਖਾ ਪਿਆਸਾ ਕਿਹਨੂੰ ਯਾਦ ਕਰਦਾ? ਫੈਮਿਲੀ ਨੂੰ ਹੀ ਯਾਦ ਕਰਦਾ ਉਸ ਟਾਈਮ। ਕਦੇ ਸੋਚਿਆ ਸੀ ਕਿ ਇਸ ਦੇ ਹਾਲਾਤ ਜਿਹੜੇ ਦੇਖਣੇ ਪੈਣਗੇ? ਬਿਲਕੁਲ ਨਹੀਂ ਸੋਚਿਆ ਸੀਗਾ, ਅਸੀਂ ਰੈਡੀ ਹੀ ਨਹੀਂ ਸੀਗੇ। 5 ਵਜੇ ਸਵੇਰੇ ਉੱਠੇ, ਬੰਬਾਰੀ ਦੇ ਨਾਲ ਯੂਨੀਵਰਸਿਟੀ ਜਾਣਾ ਸੀ ਉਸ ਦਿਨ, ਤੇ ਯੂਨੀਵਰਸਿਟੀ ਵੱਲੋਂ ਮੈਸੇਜ ਆ ਰਿਹਾ ਕਿ ਜਿੱਥੇ ਹੋ ਤੁਸੀਂ ਬਸ ਉੱਥੇ ਸੇਫ ਰਹੋ, ਹੋ ਸਕੇ ਤਾਂ ਬੰਕਰ ਆ ਤੁਹਾਡੇ ਕੋਲ, ਉੱਥੇ ਪਹੁੰਚੋ, ਜਾਂ ਮੈਟਰੋ ਆ ਉੱਥੇ ਤੱਕ ਪਹੁੰਚੋ। ਪੜ੍ਹਾਈ ਪੂਰੀ ਹੋਣ ਨੂੰ ਕਿੰਨਾ ਕੁ ਸਮਾਂ ਬਾਕੀ ਰਹਿ ਗਿਆ ਸੀ? 3 ਸਾਲ ਮੇਰੇ ਪੂਰੇ ਰਹਿ ਗਏ ਆ ਜੀ, ਅੱਧੀ ਹੋਈ ਹੈ। ਅਪੀਲ ਕਰਨਾ ਚਾਹੁੰਦੇ? गवर्नमेंट में एक अपील करना चाहनी है कि सिर्फ ਅਸੀਂ ਆ ਗਏ ਆ, ਅਸੀਂ ਬਾਰਡਰ ਦੇ ਜਸਟ ਕੋਲ ਸੀਗੇ ਖਾਰਕਿਵ ਦੇ, ਅਸੀਂ ਪਹੁੰਚ ਗਏ ਕਿਸੇ ਨਾ ਕਿਸੇ ਤਰ੍ਹਾਂ। ਹੁਣ ਉੱਥੇ ਦੇ ਲੋਕੀ ਸਿਰਫ ਯੂਕਰੇਨੀਅਨ ਲੋਕਾਂ ਨੂੰ ਹੀ ਕੱਢਣ ਦੇ ਆ। ਪਲੀਜ਼ ਤੁਸੀਂ ਜਿੱਦਾਂ ਮਰਜ਼ੀ ਹੋ ਸਕੇ ਜਿਹੜੇ ਖਾਰਕਿਵ ਵਿੱਚ ਬੱਚੇ ਫਸੇ ਆ, ਜਿਹੜੀ ਉਹਨਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਉਹ ਸਭ ਤੋਂ ਜ਼ਿਆਦਾ ਇਸ ਟਾਈਮ ਖਤਰੇ 'ਚ ਆ। ਅੰਬੈਸੀ ਨੇ ਸਿਰਫ ਸਾਨੂੰ 1 ਦਿਨ ਦਾ ਟਾਈਮ ਦਿੱਤਾ ਸੀ ਖਾਰਕਿਵ ਨੂੰ ਕਿ ਤੁਸੀਂ ਉੱਥੋਂ ਨਿਕਲੋ। 1 ਦਿਨ ਦੇ ਵਿੱਚ ਕੋਈ ਇੰਨਾ ਬੱਚਾ ਕਿੱਧਰ ਨਿਕਲ ਸਕਦਾ ਆ? ਨਹੀਂ ਨਿਕਲ ਸਕਦਾ। 1 ਮਿੰਟ ਸਾਇਲੈਂਟ ਕਰੋ। ਸਰਕਾਰ ਤੋਂ ਕੀ ਅਪੀਲ ਕਰਦੇ ਆ? ਅੱਜ ਤੁਸੀਂ ਪੰਜਾਬ ਆਪਣੇ ਪਿੰਡ ਦੇ ਵਿਖੇ ਘਰ ਪਹੁੰਚੇ ਹੋ। ਮੈਂ ਸੈਂਟਰ ਗਵਰਨਮੈਂਟ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ, ਅਗਰ ਉਹ ਸਾਨੂੰ ਮੌਕਾ ਦੇ ਰਿਹਾ ਤਾਂ ਇੱਕ ਵਾਰੀ ਸਾਨੂੰ ਇਹ ਮੌਕਾ ਦੇਣ ਕਿ ਸਾਡੀ ਪੜ੍ਹਾਈ ਖਰਾਬ ਨਾ ਹੋਵੇ। ਜਿੱਦਾਂ ਮੈਂ 3 ਸਾਲ ਮੇਰੇ ਕੰਪਲੀਟ ਹੋ ਚੁੱਕਿਆ ਤੇ 3 ਸਾਲ ਰਹਿ ਗਿਆ। 3 ਸਾਲ ਅਗਰ ਸਾਨੂੰ ਗਵਰਨਮੈਂਟ ਨੇ ਨਹੀਂ ਮੌਕਾ ਦਿੱਤਾ ਤੇ ਉੱਥੇ ਯੂਕਰੇਨ ਦੇ ਵਿੱਚ ਕੁਝ ਹੋ ਗਿਆ ਇਸ ਤਰ੍ਹਾਂ ਦਾ, ਤੇ ਸਾਡੇ 3 ਸਾਲ ਬਰਬਾਦ ਜਾਣੇ, ਤੇ ਨਾਲ ਦੇ ਨਾਲ ਜਿੰਨੇ ਫੀਸ ਵਗੈਰਾ ਸਭ ਗਈ, ਸਾਰੀ ਮਿਹਨਤ ਸਾਡੀ ਬੇਕਾਰ ਜਾਣੀ ਹੈ। ਕੀ ਅਪੀਲ ਕਰਦੇ ਆ ਕਿ ਸਾਡੇ ਲਈ ਜ਼ਿਆਦਾ ਤੋਂ ਜ਼ਿਆਦਾ ਕੁਝ ਕੀਤਾ ਜਾਵੇ ਕਿ ਸਾਡੀ ਪੜ੍ਹਾਈ ਖਰਾਬ ਨਾ ਹੋਵੇ। ਸਾਨੂੰ ਇੱਦਾਂ ਦਾ ਮੌਕਾ ਦਿੱਤਾ ਜਾਵੇ ਕਿ ਸਾਡੀ ਪੜ੍ਹਾਈ ਇੰਡੀਆ ਦੇ ਵਿੱਚ ਉੱਥੋਂ ਹੀ ਸਟਾਰਟ ਕੀਤੀ ਜਾਵੇ, ਅਗਰ ਕੁਝ ਵੀ ਯੂਕਰੇਨ ਦੇ ਵਿੱਚ ਹੁੰਦਾ ਹੈ ਤਾਂ। ਫਲਾਈਟ ਚੜਨ ਤੋਂ ਪਹਿਲਾਂ ਤੇ ਇੱਥੇ ਘਰ ਪਹੁੰਚਣ ਤੱਕ ਜਿਹੜਾ ਖਰਚਾ ਹੈਗਾ ਗਵਰਨਮੈਂਟ ਨੇ ਦਿੱਤਾ ਜਾਂ ਤੁਸੀਂ ਆਪਣੇ ਕੋਲੋਂ ਲਾਇਆ, ਜਾਂ ਆਸ ਹੈਗੀ ਗਵਰਨਮੈਂਟ ਤੋਂ ਮਿਲ ਜੇਗਾ? ਫਲਾਈਟ ਇਹ ਸਾਰਾ ਗਵਰਨਮੈਂਟ ਵੱਲੋਂ ਲੱਗਾ। ਫਲਾਈਟ ਚੜਨ ਤੋਂ ਪਹਿਲਾਂ ਤਾਂ ਯੂਕਰੇਨੀਅਨ ਪੀਪਲ ਨੇ ਹੈਲਪ ਕੀਤੀ ਸੀਗੀ, ਜਿਹੜੇ ਉੱਥੋਂ ਦੇ ਵਲੰਟੀਅਰ ਸੀ। ਫਿਰ ਉਸ ਤੋਂ ਬਾਅਦ ਫਲਾਈਟ ਦੇ ਵਿੱਚ ਤੇ ਉਸ ਤੋਂ ਬਾਅਦ ਵਾਲਾ ਸਾਰਾ ਖਰਚਾ ਉਹਨਾਂ ਦਾ ਹੀ ਸੀਗਾ। ਆਓ ਭਾਜੀ, ਬੜੀ ਇੱਕ ਮਿਹਨਤ ਕੀਤੀ, ਕੀ ਕਹਿਣਾ ਚਾਹੁੰਦੇ ਆ ਇਸ ਹਾਲਾਤਾਂ ਨੂੰ ਲੈ ਕੇ ਕੀਤੀ ਕਰ ਪਹੁੰਚੇ? ਦੇਖੋ ਜੀ, ਅਰਦਾਸ ਬੇਨਤੀ ਮੈਂ ਇਕੱਲੇ ਨੇ ਨਹੀਂ ਕੀਤੀ, ਅਰਦਾਸ ਬੇਨਤੀ ਪੂਰੇ ਜੱਗ ਨੇ ਕੀਤੀ ਹੈ। ਕਿਸੇ ਤਰ੍ਹਾਂ ਵੀ ਬੱਚੇ ਜਿਹੜੇ ਜਿੰਨੇ ਵੀ ਸਟੂਡੈਂਟ ਬੱਚੇ ਗਏ ਨੇ ਪੜ੍ਹਨ ਵਾਸਤੇ ਜਾਂ ਕੋਈ ਵੀ ਕੰਮ ਕਰਨ ਵਾਸਤੇ ਗਿਆ, ਉਹ ਸੁੱਖੀ ਸਾਂਦੀ ਆਪਣੇ ਘਰ ਆ ਜਾਵੇ, ਕਿਸੇ ਨੂੰ ਵੀ ਤੱਤੀ ਹਵਾ ਨਾ ਲੱਗੇ। ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ। ਮੈਂ ਵੀ ਜਾ ਕੇ ਅਰਦਾਸ ਬੇਨਤੀ ਕੀਤੀ ਜਿੱਦਣ ਮੇਰੀ ਪਤਾ ਲੱਗਾ ਵੀ ਯੂਕਰੇਨ ਦੇ ਵਿੱਚ ਲੜਾਈ ਚੱਲ ਪਈ ਹੈ। ਠੀਕ ਹੈ ਜੀ, ਅਸੀਂ ਕਿਹਾ ਵੀ ਹੋਰ ਤਾਂ ਕੋਈ ਚਾਰਾ ਹੈ ਨਹੀਂ। ਅਸੀਂ ਜਾ ਕੇ 6ਵੇਂ ਪਾਤਸ਼ਾਹ ਗੁਰਦੁਆਰਾ ਸਾਹਿਬ ਬੋਲੀ ਸਾਹਿਬ ਹੈ, ਉੱਥੇ ਜਾ ਕੇ ਮੈਂ ਅਰਦਾਸ ਕੀਤੀ, ਮੈਂ ਸੱਚਾ ਪਾਤਸ਼ਾਹ ਤੇਰੇ ਘਰ ਆਏ ਹਾਂ, ਮੈਂ ਸਿਰਫ ਆਪਣੀ ਕੁੜੀ ਕਰਕੇ ਨਹੀਂ ਆਇਆ, ਕੋਮਲਪ੍ਰੀਤ ਕਰਕੇ ਇਕੱਲਾ ਨਹੀਂ ਆਇਆ, ਮੈਂ ਸਾਰੇ ਬੱਚਿਆਂ ਵਾਸਤੇ ਆਇਆ ਵਾਂ। ਜਿੰਨੇ ਬੱਚੇ ਨੇ ਉਹ ਪੜ੍ਹਨ ਵਾਸਤੇ ਗਏ ਨੇ, ਉਹਨਾਂ ਨੂੰ ਸੱਚਾ ਪਾਤਸ਼ਾਹ ਕੋਈ ਵੀ ਤੱਤੀ ਹਵਾ ਨਾ ਲੱਗੇ, ਸੁੱਖੀ ਸਾਂਦੀ ਆਪਣੇ ਘਰ 'ਚ ਆਉਣ ਤੇ ਸਾਰੇ ਮਾਪਿਆਂ ਨੂੰ ਆਣ ਕੇ ਉਹ ਬੱਚੇ ਮਿਲਣ। ਬੇਟੀ ਸਹੀ ਸਲਾਮਤ ਘਰ ਆਈ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਵੇਖੋ ਜੀ, ਬੇਟੀ ਸਹੀ ਸਲਾਮਤ, ਬੜੀ ਖੁਸ਼ੀ ਹੈ। ਇਹ ਤੋਂ ਵੱਧ ਖੁਸ਼ੀ ਕੀ ਹੋ ਸਕਦੀ? ਜਿਹੜਾ ਬੱਚਾ ਸਾਡੇ ਅੱਖਾਂ ਸਾਹਮਣੇ ਆ ਗਿਆ ਬੰਬਾਬਾਰੀ ਦਾ। ਕਹਿਣ ਦਾ ਮਤਲਬ ਇੱਕ ਵੇਖੋ ਜੀ, ਜੇਕਰ ਆਪਾਂ ਆਰਮੀ ਜਾਂਦੀ ਲੜਨ ਵਾਸਤੇ ਫੌਜ ਦੇ ਵਿੱਚ, ਠੀਕ ਹੈ ਜੀ, ਇੱਕ ਸਿਪਾਹੀ ਜਿੱਤ ਕੇ ਆਉਂਦਾ ਹੈ, ਠੀਕ ਹੈ ਜੀ, ਉਹਨੂੰ ਹਾਰ ਪਾਇਆ ਜਾਂਦਾ ਹੈ। ਇਹੋ ਹੀ ਸਾਡੀ ਬੇਟੀ ਹੈ ਜਿਹੜੀ ਇੱਕ ਜੰਗ ਜਿੱਤ ਕੇ ਆਈ ਹੈ। ਇੱਕ ਨਹੀਂ, ਹਜ਼ਾਰਾਂ ਬੇਟੀਆਂ ਸਾਡੀਆਂ, ਹਜ਼ਾਰਾਂ ਬੇਟੇ ਸਾਡੇ ਜਿਹੜੇ
ਜਿਹੜੇ ਉਹ ਜੰਗ ਜਿੱਤ ਕੇ ਆਏ ਨੇ ਆਪਣੇ ਘਰਾਂ 'ਚ ਆਏ ਨੇ। ਸਾਨੂੰ ਬਹੁਤ 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 ਸ਼ੁਕਰ ਪ੍ਰਮਾਤਮਾ ਦਾ, ਅਸੀਂ ਇੰਨਾ ਸ਼ੁਕਰ ਕਰ ਸਕਦੇ ਹਾਂ ਵੀ ਸੱਚੇ ਪਾਤਸ਼ਾਹ ਜਿੰਨ ਕੋਟ ਕੋਟ ਸ਼ੁਕਰ ਤੇਰਾ ਜਿਹੜੇ ਸਾਡੇ ਬੱਚੇ ਸਾਡੇ ਘਰ ਆ ਗਏ ਨੇ। ਸਾਨੂੰ ਬਹੁਤ ਖੁਸ਼ੀ ਜਦੋਂ ਹੋਈ। ਇਦਾਂ ਦੇ ਹਾਲਾਤ ਪੈਦਾ ਹੋਏ, ਬੱਚੀ ਯੂਕਰੇਨ ਜੰਗ ਲੱਗ ਹਾਲਾਤ ਇਦਾਂ ਦੇ ਭੈੜੇ ਹੋ ਗਏ ਸੀ, ਨਾ ਰੋਟੀ ਖਾਣ ਨੂੰ ਦਿਲ ਕਰਦਾ ਸੀ, ਨਾ ਸੌਣ ਨੂੰ ਦਿਲ ਕਰਦਾ ਸੀ। ਅਸੀਂ ਕਹਿੰਦੇ ਆ ਵੀ ਪਤਾ ਨਹੀਂ ਸ਼ਾਇਦ ਜੋ ਹਾਲਾਤ ਬਣ ਗਏ ਨੇ ਬੱਚੇ, ਅਸੀਂ ਬੱਚਿਆਂ ਨੂੰ ਮਿਲ ਸਕਦੇ ਆ ਜਾਂ ਨਹੀਂ ਮਿਲ ਸਕਦੇ। ਬੱਚੇ ਆ ਵੀ ਸਕਦੇ ਵੇ ਜਾਂ ਵੀ ਨਹੀਂ ਆ ਸਕਦੇ। ਕਿਉਂ ਸਾਨੂੰ ਕਿਸੇ ਵੀ ਸਰਕਾਰ ਵੱਲੋਂ ਜਾਂ ਕਿਸੇ ਪਾਸਿਓਂ ਵੀ ਸਾਨੂੰ ਮਦਦ ਨਹੀਂ ਮਿਲਦੀ ਅਜੇ। ਅਸੀਂ ਬੱਚਿਆਂ ਨੂੰ ਇਹ ਪੁੱਛਦੇ ਆ, ਕੋਈ ਤੁਹਾਡੇ ਕੋਲ ਅੰਬੈਸੀ ਦਾ ਬੰਦਾ ਆਇਆ ਜਾਂ ਤੁਹਾਡੇ ਕੋਲ ਕੋਈ ਗੱਲਬਾਤ, ਕਹਿੰਦੇ ਪਾਪਾ ਸਾਡੇ ਕੋਲ ਸਿਰਫ ਅੰਬੈਸੀ ਦੇ ਇੱਕ ਆਉਂਦੇ ਨੇ ਇੰਟਰਨੈਟ ਤੇ ਫਾਰਮ ਭਰ ਕੇ ਭੇਜੋ, ਠੀਕ ਹੈ ਜੀ, ਅਸੀਂ ਤੁਹਾਡੀ ਹੈਲਪ ਕਰਾਂਗੇ। ਪਰ ਸਾਹਮਣੇ ਕੋਈ ਨਹੀਂ ਆਇਆ। ਕਿਹਨੇ ਮਦਦ ਕੀਤੀ ਤੁਹਾਡੀ ਬੇਟੀ ਦੇ ਘਰ ਆਉਣ ਤੱਕ? ਦੇਖੋ ਜੀ, ਬੇਟੀ ਦੀ ਮਦਦ ਜੋ ਸ਼ੁਰੂ ਤੋਂ ਪਹਿਲਾਂ ਲੋਕਲ ਮੀਡੀਆ, ਠੀਕ ਹੈ ਜੀ, ਭਾਜੀ ਗੁਰਪ੍ਰੀਤ ਸਿੰਘ ਤੇ ਭਾਜੀ ਸ਼ਰਬਤ ਸਿੰਘ, ਜਿਨ੍ਹਾਂ ਨੇ ਸ਼ੁਰੂਆਤ ਕੀਤੀ। ਜਿਹੜਾ ਸਾਡੇ ਇਹ ਗੱਲ ਮੀਡੀਆ ਤੱਕ ਪਹੁੰਚਾਉਣ ਵਾਲੇ ਭਾਜੀ ਇਹਨਾਂ ਨੇ ਪਹੁੰਚਾਈ। ਉਸ ਤੋਂ ਬਾਅਦ ਭਾਜੀ ਉਹਨਾਂ ਨੇ ਦੂਜੇ ਮੀਡੀਆ 'ਚ ਆਏ, ਉਹਨਾਂ ਨੇ ਪਹੁੰਚਾਈ ਗੱਲਬਾਤ, ਠੀਕ ਹੈ। ਸਾਰਿਆਂ ਨਾਲੋਂ ਵੱਧ ਜਿਹੜਾ ਸ਼ੁਕਰ ਪਰਮਾਤਮਾ ਦਾ, ਉਸ ਤੋਂ ਬਾਅਦ ਸ਼ੁਕਰ ਇਹਨਾਂ ਦਾ, ਭਾਜੀ ਗੁਰਪ੍ਰੀਤ ਸਿੰਘ ਦਾ, ਭਾਜੀ ਹੁਣਾਂ ਦਾ, ਇਹਨਾਂ ਨੇ ਸਾਰਿਆਂ ਨਾਲੋਂ ਵੱਧ ਸਾਡੀ ਮਦਦ ਕੀਤੀ। ਲੋਕਲ ਪ੍ਰਸ਼ਾਸਨ ਵੱਲੋਂ ਸ਼ੁਰੂਆਤ ਵਿੱਚ ਮਦਦ ਆਈ ਸੀ? ਲੋਕਲ ਪ੍ਰਸ਼ਾਸਨ ਸਾਡੇ ਕੋਲ ਆਏ ਸੀ, ਤੁਹਾਡੇ ਤੋਂ ਬਾਅਦ ਚ ਆਏ ਸੀ, ਜਿਨ੍ਹਾਂ ਨੇ ਜਦੋਂ ਇਹ ਭਾਜੀ ਗੁਰਪ੍ਰੀਤ ਹੋਣ ਤੋਂ ਬਾਅਦ ਚ ਆਏ ਸੀ। ਲੋਕ ਪੁਲਿਸ ਵਾਲੇ ਆਏ ਸੀ, ਉਹਨਾਂ ਨੇ ਪੁੱਛਗਿੱਛ ਕੀਤੀ, ਸਾਡੇ ਕੋਲ ਮੰਗਿਆ ਐਡਰੈਸ, ਅਸੀਂ ਸਾਰਾ ਐਡਰੈਸ ਦਿੱਤਾ। ਕਮਲਪ੍ਰੀਤ ਦਾ ਵੀ ਇੱਥੇ ਤੇ ਫਸੇ ਪਏ ਨੇ। ਕਿਸੇ ਰਾਜਨੀਤਿਕ ਨੇ ਮਦਦ ਕੀਤੀ ਹੋਵੇ? ਹਾਂਜੀ, ਵੇਖੋ ਜੀ, ਉਹਦੇ ਤੋਂ ਬਾਅਦ ਵਿੱਚ ਭਾਜੀ ਉਹ ਤੋਂ ਪਹਿਲਾਂ ਸਾਰਾ ਆਈ ਬੀਬੀ ਜਗੀਰ ਕੌਰ ਨੇ ਸਾਨੂੰ ਫੋਨ ਕੀਤਾ ਵੀ ਕੀ ਗੱਲ ਹੈ, ਕਿਹਾ ਵੀ ਆਹ ਗੱਲਬਾਤ ਹੈ, ਸਾਡੀ ਬੇਟੀ ਫਸੀ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਸਿੱਧੀ ਗੱਲ ਕਰਾਂਗੇ। ਬੀਬੀ ਜਗੀਰ ਕੌਰ ਕਹਿੰਦੀ ਕਿਉਂ ਮੈਂ ਰੋ ਪਿਆ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਪੁੱਤ ਰੋਣ ਦੀ ਲੋੜ ਨਹੀਂ, ਅਸੀਂ ਤੇਰੇ ਨਾਲ ਖੜੇ ਹਾਂ ਤੇ ਅਸੀਂ ਜਿੰਨੀ ਕੋਸ਼ਿਸ਼ ਹੋ ਸਕੀ ਅਸੀਂ ਕੇਂਦਰ ਸਰਕਾਰ ਨੂੰ ਕਵਾਂਗੇ ਕਿ ਕਿਸੇ ਤਰ੍ਹਾਂ ਬੱਚੇ ਇੱਥੇ ਨਿਕਲ ਆਉਣ। ਉਸ ਤੋਂ ਬਾਅਦ ਵਿੱਚ ਭਾਜੀ ਜਸਪਾਲ ਸਿੰਘ ਖਹਿਰਾ ਆਏ, ਸੁਖਪਾਲ ਸਿੰਘ ਖਹਿਰਾ ਆਏ, ਉਹਨਾਂ ਨੇ ਸਾਡੀ ਮਦਦ ਕੀਤੀ ਬਹੁਤ ਜ਼ਿਆਦਾ। ਉਹਨਾਂ ਨੇ ਇਹ ਗੱਲ ਕਹੀ ਵੀ ਜਿੰਨੀ ਵੀ ਕੋਸ਼ਿਸ਼ ਹੋ ਸਕੀ ਅਸੀਂ ਕੇਂਦਰ ਸਰਕਾਰ ਅੱਗੇ ਮਦਦ ਮੰਗਾਂਗੇ ਵੀ ਬੱਚੇ ਸਾਡੇ ਛੇਤੀ ਤੋਂ ਛੇਤੀ ਵਾਪਸ ਆ ਜਾਣ। ਜਿਉਂ ਗੱਲ ਤੁਸੀਂ ਗੁਰਪ੍ਰੀਤ ਨਾਲ ਕੀਤੀ, ਅੱਗੇ ਮੀਡੀਆ 'ਚ ਗਈ, ਤੁਹਾਨੂੰ ਹੌਸਲਾ ਮਿਲਿਆ, ਉਸ ਤੋਂ ਬਾਅਦ ਤੁਸੀਂ ਬੇਟੀ ਨੂੰ ਘਰ ਲਿਆਉਣ ਵਿੱਚ ਸਫਲ ਰਹੇ। ਬੇਟੀ ਘਰ ਆਈ ਹੈ, ਬੜੀ ਖੁਸ਼ੀ ਦਾ ਮੁਕਾਮ ਹੈ। ਦਾਦਾ ਜੀ, ਉਹਦੇ ਮੰਮਾ, ਤੁਸੀਂ ਸਾਰੇ ਤੁਹਾਡੇ ਵਿੱਚ ਬੱਚੀ ਬੈਠੀ, ਪਰਿਵਾਰ 'ਚ ਬੈਠੀ ਹੈ। ਇਸ ਵੇਲੇ ਕਿਸ ਤਰ੍ਹਾਂ ਲੱਗ ਰਿਹਾ? ਸਾਨੂੰ ਬਹੁਤ ਸੋਹਣਾ ਲੱਗ ਰਿਹਾ। ਪਰ ਇਹੋ ਮੈਂ ਗੱਲ ਕਹਾਂਗਾ, ਜੇ ਭਾਜੀ ਗੁਰਪ੍ਰੀਤ ਸਿੰਘ ਭਾਜੀ ਨਾ ਕੋਸ਼ਿਸ਼ ਕਰਦੇ, ਸ਼ਾਇਦ ਸਾਡੀ ਬੇਟੀ ਜੋ ਅੱਜ ਬੈਠੀ ਹੈ ਸਾਡੇ ਮੋਹਰੇ, ਸ਼ਾਇਦ ਉਹ ਨਾ ਬੈਠੀ ਹੁੰਦੀ। ਭਾਰਤ ਸਰਕਾਰ ਦਾ ਕੋਈ? ਹਾਂਜੀ, ਭਾਰਤ ਸਰਕਾਰ ਦਾ ਵੇਖੋ ਜੀ ਜ਼ਰੂਰ ਹੈ, ਪਰ ਭਾਰਤ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ, ਜਦੋਂ ਮੇਰੇ ਕੋਲ ਇੱਕ ਗੱਲ ਹੈ, ਜਦੋਂ ਲੜੋ ਵੀ ਬੱਚੇ ਤਕਰੀਬਨ ਬੱਚੇ ਫਸੇ ਨੇ, ਇੱਕ ਸਾਡੀ ਭਾਰਤ ਸਰਕਾਰ ਦੀ ਗਲਤੀ ਕਰਕੇ ਫਸੇ ਨੇ। ਮੈਂ ਇਹੋ ਗੱਲ ਸ਼ਰਮ ਕਹਿੰਦਾ, ਕਿਉਂ ਕਦੇ ਵੀ ਕਿਸੇ ਮੁਲਕ ਨੂੰ ਪ੍ਰੋਬਲਮ ਪੈਂਦੀ ਹੈ, ਠੀਕ ਹੈ ਜੀ, ਉਹ ਆਪਣੇ ਜਹਾਜ਼ ਲੈ ਕੇ ਜਾਂਦੇ ਨੇ, ਆਪਣੇ ਬੱਚਿਆਂ ਨੂੰ ਉੱਥੋਂ ਕਿਸੇ ਤਰ੍ਹਾਂ ਵੀ ਉਹ ਲੈ ਕੇ ਆਉਂਦੇ ਨੇ। ਪਰ ਇਹਨਾਂ ਨੇ ਕੀ ਕੀਤਾ, ਕੁਝ ਕੰਪਨੀਆਂ ਦੀ ਗਲਤੀ ਸਾਡੀ, ਜਿਹੜੀ ਪਰ ਭਾਰਤ ਸਰਕਾਰ ਨੇ ਅੱਗੋਂ ਕੰਪਨੀਆਂ ਨੂੰ, ਠੀਕ ਹੈ ਜੀ, ਕੰਟਰੋਲ ਨਹੀਂ ਕੀਤਾ। ਇਹ ਗੱਲ ਕਹਿ ਸਕਦੀ, ਜਦੋਂ ਵੇਖੋ ਮੇਰੀ ਬੇਟੀ 24,000 ਰੁਪਏ ਟਿਕਟ ਲੈ ਕੇ ਗਈ 4-5 ਮਹੀਨੇ ਪਹਿਲਾਂ, ਮੈਂ ਹਾਂ ਜਰਮਨੀ ਹਾਂ, ਤੇ 24,000 ਰੁਪਏ ਦੀ ਉਹੀ ਟਿਕਟ ਜਿਹੜੀ 95,000 ਰੁਪਏ ਦੀ ਹੋ ਗਈ। ਕਿਉਂ? ਇੱਕ ਮਜਬੂਰੀ ਦਾ ਫਾਇਦਾ ਉਠਾਇਆ, ਇਹ ਕੰਪਨੀਆਂ ਨੇ ਮਜਬੂਰੀ ਦਾ ਫਾਇਦਾ ਉਠਾਇਆ ਜਾਂ ਗਵਰਨਮੈਂਟ ਨੇ ਫਾਇਦਾ ਉਠਾਇਆ? ਇਹ ਤਾਂ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ। ਲੋਕੀ ਤਰਸਦੇ ਪਏ ਸੀ ਕਿਸੇ ਤਰ੍ਹਾਂ ਸਾਡੇ ਬੱਚੇ ਮਿਲ ਜਾਣ ਕੇ। ਪਰ ਜਿਹੜੀ 24,000 ਦੀ ਮੇਰੀ ਬੇਟੀ ਕਹਿੰਦੀ, ਮੈਨੂੰ ਫੋਨ ਕੀਤਾ ਵੀ ਪਾਪਾ ਆਹ ਗੱਲਬਾਤ ਹੈ ਵੀ ਜਿਹੜੀ ਤੁਸੀਂ ਟਿਕਟ ਸਾਨੂੰ ਲੈ ਦਿਓ, ਸਾਨੂੰ ਪੈਸੇ ਭੇਜੋ, ਅਸੀਂ ਟਿਕਟ ਲੈ। ਮੈਂ ਪੁੱਤ ਜੇ ਸਾਨੂੰ ਇੱਥੇ ਟਿਕਟ ਮਿਲ ਜਾਂਦੀ ਆਪਾਂ ਇੱਥੋਂ ਲੈਂਦੇ ਹਾਂ। ਇਹਨਾਂ ਨੇ ਅਸੀਂ ਗਏ ਪੁੱਛਣ ਵਾਸਤੇ ਟਿਕਟ, ਉਹਨਾਂ ਨੇ ਸਾਨੂੰ ਟਿਕਟ ਦੱਸੀ ਇੱਕ 64,000 ਰੁਪਏ ਦੀ। ਅਸੀਂ ਬੇਟੀ ਨੂੰ ਪੁੱਛਿਆ, ਕਹਿੰਦੀ ਪਾਪਾ 39,000 ਦੀ ਟਿਕਟ ਹੈ। ਅਸੀਂ ਕਿਹਾ ਵੀ, ਕਹਿੰਦੀ ਮੈਨੂੰ ਪੈਸੇ ਭੇਜ ਦਿਓ, ਮੈਂ ਬੈਠੀ ਹਾਂ ਸਾਰਾ ਕੁਝ ਕਰਕੇ, ਇੱਕ ਪੈਸੇ ਭੇਜਣ ਦਾ ਆਪਣੀ ਟਿਕਟ ਓਕੇ ਹੋ ਜਾਣੀ ਹੈ, ਠੀਕ ਹੈ ਜੀ। ਅਸੀਂ ਪੈਸੇ ਭੇਜਤੇ, ਕਰਦਿਆਂ ਟਿਕਟ 54,000 ਰੁਪਏ ਟਿਕਟ ਹੋ ਗਈ। ਕੀ ਇੱਕ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ? ਫਿਰ ਅਸੀਂ ਦੁਕਾਨ ਤੇ ਇੱਕ ਹੋਰ ਗਏ, ਪੁੱਛਿਆ ਟਿਕਟਾਂ ਬਾਰੇ, ਉਹਨਾਂ ਨੇ ਕਿਹਾ ਜੀ 95,000 ਦੀ ਟਿਕਟ ਹੈ, ਪਰ ਟਿਕਟ ਸੀਟ ਨਹੀਂ ਮਿਲ ਸਕਦੀ। ਕਿਉਂ ਨਹੀਂ ਮਿਲ ਸਕਦੀ? ਕੀ ਗੱਲ ਉਹ ਦਿਨ ਹੋਰ ਮੁਲਕਾਂ 'ਚ ਵੀ ਪ੍ਰੋਬਲਮ ਪਈ ਸੀ, ਜਿਹੜੇ ਜਹਾਜ਼ ਜਾਣ ਡੇ ਸੀ ਜਾਂ ਕੋਈ ਜਹਾਜ਼ ਘੱਟ ਸੀ, ਸਿਰਫ ਇੱਕ ਮਜਬੂਰੀ ਦਾ ਫਾਇਦਾ ਉਠਾਇਆ। ਪਰ ਅਸੀਂ ਕੇਂਦਰ ਸਰਕਾਰ ਕੋਲ ਇੱਕ ਮੰਗ ਕਰਦੇ ਹਾਂ, ਸੱਚੇ ਪਾਤਸ਼ਾਹ ਦਾਤਿਆ ਮਿਹਰ ਕਰੀ ਇਹਨਾਂ ਦੇ ਉੱਪਰ ਵੀ। ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ, ਜਿੰਨੇ ਵੀ ਬੱਚੇ ਫਸੇ ਪਏ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਵੀ
ਹੱਥ ਜੋੜ ਕੇ ਬੇਨਤੀ ਹੈ, ਉਹਨੂੰ ਕਿਸੇ ਤਰ੍ਹਾਂ ਵੀ ਉੱਥੋਂ ਕੱਢ ਕੇ ਬੱਚਿਆਂ ਨੂੰ ਲਿਆਓ। ਸਾਰਿਆਂ ਦੇ ਮਾਪਿਓ ਡਿੱਕਣ ਦੇ ਨੇ, ਜੋ ਮੇਰੀ ਗੁੱਡੀ ਨੇ ਹਾਲਾਤ ਦੱਸੇ ਨੇ ਬੱਚਿਆਂ ਦੇ, ਠੀਕ ਹੈ ਜੀ, ਵੇਖ ਕੇ ਰੋਣ ਆਉਂਦਾ ਹੈ, ਵੇਖ ਕੇ ਇੰਨਾ ਰੋਣ ਆਉਂਦਾ, ਖਾਣਾ ਨੂੰ ਦਿਲ ਨਹੀਂ ਕਰਦਾ ਹੈਗਾ। ਪਰ ਮੈਂ ਬਹੁਤ ਸ਼ੁਕਰ ਹਾਂ ਪਰਮਾਤਮਾ ਦਾ, ਮੀਡੀਆ ਦਾ ਤੇ ਮੋਦੀ ਸਰਕਾਰ ਦਾ, ਜਿਨ੍ਹਾਂ ਨੇ ਬੱਚਿਆਂ ਨੂੰ ਉੱਥੋਂ ਲਿਆਂਦਾ। ਪਰ ਉਹ ਤੋਂ ਪਹਿਲਾਂ ਵੇਖੋ, ਕਿਸੇ ਸਰਕਾਰ ਨੇ ਕੋਈ ਵੀ ਵਿੱਚ ਮਦਦ ਨਹੀਂ ਕੀਤੀ, ਕੋਈ ਬੱਸ ਨਹੀਂ ਭੇਜੀ, ਕੋਈ ਗੱਲਬਾਤ ਨਹੀਂ ਭੇਜੀ ਵੀ ਜੋ ਕਿ ਬੱਚਿਆਂ ਨੂੰ ਅਸੀਂ ਕੱਢ ਕੇ ਲਿਆਏ। ਹੁਣ ਅਸੀਂ ਕੱਲ ਖਬਰ ਵੇਖਣ ਦੇ ਹਾਂ, ਸਾਡੇ ਬੱਚੇ ਪਹਿਲਾਂ ਨਿਕਲ ਗਏ, ਉਹ ਤੋਂ ਬੱਚੇ ਬਾਅਦ ਵਿੱਚ ਆਏ। ਉਹਨਾਂ ਬੱਚਿਆਂ ਨੂੰ ਕਹਿੰਦੇ, ਯੂਕਰੇਨ ਵਾਲੇ ਕਹਿੰਦੇ ਜੀ 100 USA ਡਾਲਰ ਦੇਵੋ ਤੁਹਾਨੂੰ ਤਾਂ ਚੜ੍ਹਨ ਦੇਣਾ, ਉਹ ਵੀ ਕੁੜੀਆਂ ਨੂੰ, ਮੁੰਡਿਆਂ ਨੂੰ ਨਹੀਂ। ਕੁੜੀਆਂ, ਅਸੀਂ ਕੁੜੀ ਦੀ ਖੁਦ ਸੁਣੀ ਟੀਵੀ ਦੇ ਵਿੱਚ ਉਹਦੀ ਇੰਟਰਵਿਊ, ਉਹ ਕਹਿੰਦੀ ਮੈਂ 300 USA ਪੈਸੇ ਡਾਲਰ ਦੇ ਕੇ ਤੇ ਫਿਰ ਮੈਂ ਚੜ੍ਹੀ ਹਾਂ, ਸਵੇਰ ਤੋਂ ਲੈ ਕੇ ਸ਼ਾਮ ਨੂੰ ਜਾ ਕੇ ਚੜ੍ਹੀ ਹੈ। ਇਹ ਤਾਂ ਭਾਰਤ ਸਰਕਾਰ ਦੇ ਹੱਥ ਵਾਸ ਹੈਗਾ, ਕੁਝ ਕਰ ਸਕਦੀ ਹੈ, ਆਪਣੀ ਬੱਸਾਂ ਭੇਜ ਸਕਦੀ ਹੈ, ਆਪਣੀ ਅੰਬੈਸੀ ਦੇ ਬੰਦੇ ਨੂੰ ਭੇਜ ਸਕਦੀ ਹੈ, ਕੁਝ ਵੀ ਕਰ ਸਕਦੀ ਹੈ। ਵੀ ਬਹੁਤ ਮਿਹਰਬਾਨੀ ਇਹਨਾਂ ਦੀ, ਜਿਨ੍ਹਾਂ ਨੇ ਬਾਰਡਰਾਂ ਤੋਂ ਅੱਗੇ ਬੱਚੇ ਚੁੱਕ ਕੇ ਇੱਥੇ ਇੰਡੀਆ ਪਹੁੰਚਾਏ ਨੇ, ਇੰਡੀਆ ਤੋਂ ਸਾਡੇ ਘਰਾਂ 'ਚ ਆਏ ਨੇ, ਠੀਕ ਹੈ ਜੀ। ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਅੱਗੋਂ ਤੋਂ ਵੀ ਕਦੀ ਵੀ ਕੇਂਦਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ, ਅੱਗੋਂ ਤੋਂ ਕਦੀ ਵੀ ਕਿਸੇ ਮੁਲਕ 'ਚ ਲੜਾਈ ਹੁੰਦੀ ਹੈ, ਕੁਛ ਹੁੰਦਾ, ਤੁਸੀਂ ਜਿਹੜੇ ਅੱਗੋਂ ਟਿਕਟਾਂ ਵੇਚਦੇ ਪਏ ਨੇ ਉਹਨਾਂ ਦੇ ਉੱਪਰ ਕੁਝ ਪਾਬੰਦੀ ਲਾਈ ਜਾਵੇ। ਇਸ ਰੇਟ ਤੋਂ ਟਿਕਟ ਵੱਧ ਨਹੀਂ ਹੋਣੀ ਚਾਹੀਦੀ, ਸੋ ਘੱਟ ਹੋਵੇ, ਜਿਹੜਾ ਕੋਈ ਬੱਚਾ ਹੈ, ਕੋਈ ਵੀ ਇਨਸਾਨ ਹੈ, ਉਹ ਆਪਣੇ ਘਰ ਸੌਖਾ ਆ ਸਕੇ। ਹੁਣ ਮੈਂ ਰਹਿਣਾ ਜਰਮਨੀ, ਮੈਂ ਤਾਂ ਚਲੋ ਜੀ ਕਿਸੇ ਤਰ੍ਹਾਂ ਕਰਕੇ ਕਰ ਲਾਂਗਾ। ਜਿਹੜੇ ਲੋਕ ਨੌਕਰੀਆਂ ਕਰਦੇ ਪਏ ਨੇ, 10,000 ਰੁਪਏ ਤਨਖਾਹ ਲੈਣ ਦੇ ਨੇ, 15,000 ਰੁਪਏ ਤਨਖਾਹ ਲੈਣ ਦੇ ਨੇ, ਜਿਹੜੇ ਦਿਹਾੜੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਨੇ, ਠੀਕ ਹੈ ਜੀ, ਉਹ ਕਿੱਥੋਂ 95,000 ਰੁਪਏ ਟਿਕਟ ਲਾਉਣਗੇ। ਮੇਰੇ ਹੱਥ ਜੋੜ ਕੇ ਫਿਰ ਬੇਨਤੀ ਹੈ ਕੇਂਦਰ ਸਰਕਾਰ ਨੂੰ, ਇਹਨਾਂ ਦੇ ਉੱਪਰ ਕੁਝ ਪਾਬੰਦੀ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।